वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। वेद पुराण सबै मत सुन कै करी कर्म की आशा। काल ग्रस्त सब लोग सयाने उठ पंडित पै चले निराशा। वेद पुराण सबै मत सुन कै करी कर्म की आशा। कालग्रस्त सब लोग सयाने उठ पंडित पै चले निराशा। मन रे सरयो ना एकै काजा भजियो ना रघुपत राजा। रहाउ बन खंड जाए जोग तप कीनो कंद मूल चुन खाया। नादी बेदी शब्दी मौनी जम के पटै लिखाया। भगत नारदी हृदय ना आई काछ कछु तन दीना। राग रागनी डिंब होए बैठा उन हर पै क्या लीना। पर्यो काल सबै जग ऊपर महा लिखे भ्रम ज्ञानी। कहो कबीर जन भये खालसे प्रेम भगत जह दानी। पर्यो काल सबै जग ऊपर माहे लिखे भ्रम ज्ञानी। कहो कबीर जन भये खालसे प्रेम भगत जह जानी। वाहिगुरु जी का खालसा वाहिगुरु जी की फतेह। परम सत्कारयोग गुरु की साजी निवाजी साध संगत जीओ। आप जी वड्डे भागां वाले हो जो कि आप जी ने अज दे ए पावन अमृतमई बचन सरवण कीते हन। अज दे ए पावन अमृतमई बचन
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੁਗੋ ਜੁਗ ਅਟਲ ਜਾਗਦੀ ਜੋਤ ਹਾਜ਼ਰਾ ਹਜੂਰ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਮੁੱਚੀ ਮਾਨਵ ਜਾਤੀ ਦੇ ਭਲਾਈ ਦੇ ਲਈ ਅਤੇ ਸੰਸਾਰ ਦੀ ਭਲਾਈ ਦੇ ਲਈ ਪਾਤਸ਼ਾਹ ਜੀ ਨੇ ਸੋਹਣੇ ਸਿੰਘਾਸਣ ਤੇ ਸੁਭਾਈਮਾਨ ਪ੍ਰਕਾਸ਼ਵਾਨ ਹੋ ਕੇ ਇਹ ਪਾਵਨ ਅੰਮ੍ਰਿਤਮਈ ਬਚਨਾਂ ਦੀ ਦਾਤ ਪਾਵਨ ਮੁਖਵਾਗ ਦੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਸਾਧ ਸੰਗ ਜੋ ਜਦੋਂ ਦੁਨੀਆਵੀ ਗੱਲ ਕਰਦੇ ਆ, ਆਪਣਾ ਪੁੱਤਰ ਅਸੀਂ ਉਸ ਨੂੰ ਕੁਝ ਕਹੀਏ, ਅੱਗਿਓਂ ਉਹ ਸਤ ਬਚਨ ਆਖ ਦਵੇ ਅਤੇ ਉਸ ਦੇ ਨਾਲ ਨਾਲ ਉਹ ਮਨ ਚਿੱਤ ਕਰਕੇ ਜਦੋਂ ਮਿਹਨਤ ਕਰਦਾ ਹੈ, ਕੋਈ ਕੰਮਕਾਰ ਕਰਦਾ ਹੈ, ਜਾਂ ਕਿਸੇ ਨੂੰ ਵੇਖ ਕੇ ਜਾਂ ਕਿਸੇ ਕੋਲੋਂ ਸੁਣ ਕੇ ਉਸ ਦੇ ਮਨ ਨੂੰ ਵੀ ਸੱਟ ਵੱਜਦੀ ਹੈ। ਮਨ ਉਸ ਦਾ ਉਹ ਕੰਮ ਕਰਨਾ ਚਾਹੁੰਦਾ ਹੈ, ਜਦੋਂ ਉਹ ਕੰਮ ਕਰਦਾ ਹੈ, ਜਦੋਂ ਉਸ ਕੰਮ ਦੇ ਵਿੱਚ ਉਹ ਤਰੱਕੀ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਦੇ ਮਾਤਾ ਪਿਤਾ ਬੜੇ ਪ੍ਰਸੰਨ ਹੁੰਦੇ ਹਨ। ਇਹ ਦੁਨੀਆਵੀ ਗੱਲ ਹੈ, ਦੁਨੀਆਵੀ ਸੋਚ ਹੈ। ਅਤੇ ਸਾਧ ਸੰਗ ਜੋ ਆਪਾਂ ਹੁਣ ਪਰਮਾਤਮਾ ਦੀ ਗੱਲ ਕਰ ਲਈਏ, ਪਰਮਾਤਮਾ ਦੀ ਗੱਲ ਕਰ ਲਈਏ, ਕਬੀਰ ਸਾਹਿਬ ਨੇ ਜੋ ਸਾਨੂੰ ਸਮਝਾਇਆ ਹੈ ਇਹਨਾਂ ਪਾਵਨ ਮੁਖਵਾਕਾਂ ਦੇ ਵਿੱਚ, ਉਹ ਇਹੋ ਸਮਝਾਉਂਦੇ ਹਨ ਭਾਈ ਦੁਨੀਆ ਦੇ ਵਿੱਚ ਅਨੇਕਾਂ ਹੀ ਵੇਦ ਹਨ, ਪੁਰਾਣ ਹਨ, ਸਿਮਰਤੀਆਂ ਹਨ, ਸ਼ਾਸਤਰ ਹਨ, ਲੇਕਿਨ ਇਨਸਾਨ ਤੂੰ ਆਪਣੀ ਸਮਝ ਦੇ ਨਾਲ ਆਪਣੀ ਸੁਰਤ ਵੱਲ ਧਿਆਨ ਮਾਰ ਕੇ ਵੇਖ, ਕਿਸੇ ਪੰਛੀ ਦੇ ਲਈ, ਕਿਸੇ ਪਸ਼ੂ ਦੇ ਲਈ, ਉਹਨੂੰ ਸਮਝਾਉਣ ਦੇ ਲਈ ਕੋਈ ਵੇਦ, ਕੋਈ ਸਿਮਰਤ, ਕੋਈ ਸ਼ਾਸਤਰੀਆਂ ਹਨ? ਤੈਨੂੰ ਕਿਉਂ ਲੋੜ ਪਈ? ਅਨੇਕਾਂ ਧਰਮਾਂ ਦੇ ਅਨੇਕਾਂ ਗ੍ਰੰਥ ਹਨ, ਸਾਰੇ ਦੇ ਸਾਰੇ ਗ੍ਰੰਥ ਸਿਰਫ ਇੱਕ ਗੱਲ ਸਮਝਾਉਂਦੇ ਹਨ ਕਿ ਅਸੀਂ ਉਸ ਮਾਲਕ ਨਾਲੋਂ ਨਹੀਂ ਟੁੱਟਣਾ, ਅਸੀਂ ਉਸ ਮਾਲਕ ਦੇ ਨਾਲ ਜੁੜਨਾ ਹੈ ਤੇ ਹੋਰਾਂ ਨੂੰ ਵੀ ਮਾਲਕ ਦੇ ਨਾਲ ਜੋੜਨਾ ਹੈ। ਇਹ ਮਨੁੱਖਾ ਜਨਮ ਮਿਲਿਆ ਇਸ ਕਰਕੇ ਹੈ। ਸੋ ਜਦੋਂ ਅਸੀਂ ਮਾਲਕ ਤੋਂ ਟੁੱਟ ਜਾਂਦੇ ਹਾਂ ਤੇ ਫਿਰ ਸਾਨੂੰ ਮਾਲਕ ਦੀ ਪ੍ਰਸੰਨਤਾ ਨਹੀਂ ਮਿਲਦੀ, ਮਾਲਕ ਦੀ ਖੁਸ਼ੀ ਅਸੀਂ ਨਹੀਂ ਲੈ ਸਕਦੇ। ਤੇ ਜਦੋਂ ਸਾਡਾ ਮਨ ਉਸ ਮਾਲਕ ਵਾਹਿਗੁਰੂ ਨਾਲ ਜੁੜ ਜਾਂਦਾ ਹੈ, ਉਸ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਫਿਰ ਜੋ ਕੁਝ ਹੁੰਦਾ ਹੈ ਉਸ ਨੂੰ ਅਸੀਂ ਉਸ ਅਕਾਲ ਪੁਰਖ ਦਾ ਭਾਣਾ ਕਰਕੇ ਮੰਨਣ ਲੱਗ ਪੈਂਦੇ ਹਾਂ ਤੇ ਫਿਰ ਮਾਲਕ ਦੀ ਰਜ਼ਾ, ਮਾਲਕ ਦੀ ਖੁਸ਼ੀ, ਮਾਲਕ ਦੀ ਮਿਹਰ ਸਾਡੇ ਤੇ ਬਣੀ ਰਹਿੰਦੀ ਹੈ। ਸੋ ਅੱਜ ਦੇ ਇਹ ਪਾਵਨ ਮੁਖਵਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 654 ਤੇ ਸੁਭਾਈਮਾਨ ਹਨ। ਸੋ ਆਓ ਆਪਾਂ ਸਾਰੇ ਹੀ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਵੱਲੋਂ ਬਖਸ਼ਿਸ਼ ਕੀਤੀ ਗਈ ਇਹ ਬਾਣੀ, ਭਾਵੇਂ ਉਹ ਕਬੀਰ ਸਾਹਿਬ ਦੇ ਮੁਖੋਂ, ਭਾਵੇਂ ਰਵਿਦਾਸ ਜੀ ਦੇ ਮੁਖੋਂ, ਭਾਵੇਂ ਗੁਰੂਆਂ ਦੇ ਤੇ ਭਾਵੇਂ ਸਿੱਖਾਂ ਦੇ, ਭਾਵੇਂ ਭੱਟਾਂ ਦੇ, ਭਾਵੇਂ ਭਗਤਾਂ ਦੇ, ਲੇਕਿਨ ਹੈ ਇਹ ਬਾਣੀ ਸਾਰੀ ਧੁਰੋਂ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਬਖਾਨਾ। ਸੋ ਆਓ ਆਪਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ
ਸੁਰਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਦਿਆਂ ਹੋਇਆਂ ਆਪਾਂ ਇਸ ਪਾਵਨ ਮੁਖਵਾਕ ਦੀ ਵਿਚਾਰ ਨਾਲ ਸਾਂਝ ਕਰਨੀ ਹੈ। वेद पुराण सबै मत सुन कै करी कर्म की आसा। ਇੱਥੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਨੇ ਭਾਈ, वेद पुराण सबै मत सुन कै करी कर्म की आसा। ਕੀ ਕਬੀਰ ਸਾਹਿਬ ਨੇ ਸਾਨੂੰ ਸਮਝਾਇਆ ਹੈ? ਕਬੀਰ ਸਾਹਿਬ ਕਾਂਸੀ ਦੇ ਵਿੱਚ ਹਨ ਤੇ ਉਸ ਪੰਡਤ ਨੂੰ ਵੇਖ ਰਹੇ ਹਨ, ਉਸ ਪੰਡਤ ਦੇ ਜੀਵਨ ਵੱਲ ਤੱਕਦੇ ਹਨ, ਜਿਹੜਾ ਪੰਡਤ ਹਰ ਰੋਜ਼ ਦੁਨੀਆਵੀ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ। ਹਰ ਰੋਜ਼ ਉਹ ਕਰਮ ਕਾਂਡ ਕਰਦਾ ਹੈ ਤੇ ਕਬੀਰ ਸਾਹਿਬ ਉਸ ਨੂੰ ਵੇਖਦੇ ਹਨ ਤੇ ਕਬੀਰ ਸਾਹਿਬ ਉਚਾਰਨ ਨਹੀਂ ਕਰਦੇ ਹਨ, वेद पुराण सबै मत सुन कै करी कर्म की आसा। तू कर्म कांड भी करता जा रहा है ते परमात्मा तो ये भी उम्मीद रखता है कि परमात्मा साडे ते मेहर, साडे ते किरपा करन। लेकिन साध संगत जो असी एक गल सोचीए कि भावें वो किसान होवे ते भावें वो बिजनेसमैन होवे, साध संग जो कोई भी काम करना सानू पवेगा, असी बहुतियां गल्लां करके गल्लां नू करन दे नाल परमात्मा दी प्राप्ति नहीं कर सकते। गल्लां करन दे नाल जे किसान सवेरे जाके अपने खेत की वढ़ ते बैठ जावे ते उत्थे सिर्फ गल्लां ही करता रहे, विचार ही करता रहे कि मैं हुण फसल बीजनी है, फसल बीजांगा, फिर कट्टांगा, ते साध संग जो उस दे कहण नाल उस खेत दे विच, उस जमीन विच फसल उगनी पैनी ते ना उसनूं वड्ढनी पैनी। हाँ, उसनूं करेगा जदों तू उसनूं असली जामा पहनावेगा तो फसल बीजी भी जानी है तो फिर वड्ढनी भी तैनूं पैनी है। सिर्फ फर्क इन्ना की है कि असी दुनियावी लोग हाँ परमात्मा दी गल्लां बहुत करते हैं, लेकिन गल्लां करन दे नाल, गल्लां सुनन दे नाल असी सिर्फ उत्थों तक सीमित हाँ। लेकिन असी अगे बढ़ना नहीं चाहते, उसनूं करना नहीं चाहते। जदों तक असी अगे बढ़ांगे नहीं, उसनूं करन दा विचार नहीं बनावांगे, उसनूं करांगे नहीं, तो जिथे खड़े सी उत्थे खड़े रवांगे। सो कबीर साहब उस पंडित के जीवन वाल तकते हैं, हर रोज़ आउंदा है, मंदिर विच कर्म कांड करता है, वेद पढ़ता है, शास्त्र पढ़ता है, लेकिन जीवन विच कोई तब्दीली नहीं आई। वेद पुराण सबै मत सुन कै करी कर्म की आसा। इदां करन दे नाल ते परमात्मा प्राप्त नहीं कर सकते। हाँ, जे परमात्मा की प्राप्ति करनी है तो फिर जो वेद विच लिखिया है ना, जो पुराण सानू दे दस रहा है, तू इंज कर, जदों तू तुरेगा उस राह ते फिर तू अपने अंदर वो कर्म की आसा भी रख सकता है। नहीं तो फिर जिथे खड़ा सी उत्थे तू खड़ा रवेगा। जिन्ना सियाणियां बंदियां ने वेद पुराण आदि दे सारे मत सुन के कर्म कांडा की आस रखी, यो आस रखी कि कर्म कांडा नाल जीवन
सवरेगा। पर साध संग जो ये भुल गए, ये सारे आत्मक मौत विच ही ग्रसे हुए हैं। पंडित लोक भी आस पूरी होने तो बिना ही उठ के चले गए, जगत तो कूच कर गए। लेकिन आसा किसी दी नहीं बुझदी, मनसा किसी दी पूरी नहीं हुंदी। लेकिन जदों गुरु पातशाह जी रहमत भरिया हथ साडे ते रखण ते ये जिहड़ियां कर्म कांडां जिन्हां विच असी अजकल बहुत उलझी जा रहे हाँ, बाणी नूं समझदे नहीं, बाणी नूं विचारदे नहीं, ते साध संग जो जीवन नूं पिछे धक्की जा रहे हैं। जे बाणी नूं पढ़ सुन के कुछ बाणी तो हासिल करना है तो वह है परमात्मा का नाम, जो साडे गुरुआं ने सानू जीवन विच आके सिखाया है। काल ग्रस्त सब लोग सियाने, उठ पंडित पै चले निराशा। जिहड़े अपने आप नूं सियाणा समझदे सन, काल तो बचना चाहुंदे सन, मौत तो बचना चाहुंदे सन, लेकिन भलिया तेरे मन का यह भुलेखा है, तेरे मन विच ये भरम है। भावें जिन्ने मर्जी सियाणे लोग होवन, जिहड़ा इस मातलोक विच आया है उसनूं एक ना एक दिन ते इस मातलोक तो कूच करना पवेगा। मन रे सरियो ना एक काजा, भजियो ना रघुपत राजा। मन रे सरियो ना एक काजा। भाई जे कर्म कांडां विच ही असी फसे रहे तो फिर साडा काम कार किवें सवर सकदा है। हे मेरे मना, तू प्रकाश रूप परमात्मा दा भजन नहीं कीता, तेथों एक कम भी तू अपने जीवन विच नहीं कर सकिया, ना ही हो सकिया, तो फिर वाहिगुरु परमात्मा नूं तू किवें प्राप्त कर सकदा है। भजियो ना रघुपत राजा। कदे तू सुन के परमात्मा वाल चलिया ही नहीं, तू कदम ही नहीं पट्टिया। बाणी तेनू रोज़ उपदेश समझा के हुलारा दे रही है, लेकिन तू हाले बाणी दा हुलारा सुनिया नहीं। सुन के भी तू उत्थे खलोर गया, लेकिन उत्थों अगे बढ़न दा कदे यतन नहीं किया। सो इस पावन मुखवाग दियां ये राहो बंद दियां तुकां हन। बन खंड जाए जोग तप कीनो, कंद मूल चुन खाया। नादी बेदी सबदी मौनी, जम के पटह लिखाया। सतगुरु पातशाह जी फरमान करते ने, कई लोगों ने जंगलों विच जाके जोग साधे, तप कीते, जंगलों विच जाके पहाड़ों विच जाके अपनी उम्र गुजार दिती। जोगियां ने, कर्म कांडियां ने, आखना जोग वाले जोगी, मोनी धारी, जिहड़ी रसना तो बोलदे नहीं, मौन धारिया। ये सारे जमदे लिखे विच ही हन, जमदे लेखे विच ही हन, ते जमदे लेखे तो ये बाहर नहीं हन। भावें इन्हां दे साधन मौत दे डर तो बचा नहीं सकते। ये जिन्ने भी जोग हन, आसन हन, ये कोई सानू मौत दे डर तो नहीं बचा सकता। लेकिन साध संग जो जदों असी वाहिगुरु परमात्मा दा जस सिमरन करांगे, तो फिर मौत दा जिहड़ा अंदर भै है वो साडे अंदरों खत्म हो जाएगा। भगत नारदी हृदय ना आई,
काछ कछु तन छीना, राग रागनी डिंब हुए बैठा, उन हर पै क्या लीना। ਇੱਥੇ ਕਬੀਰ ਸਾਹਿਬ ਜੀ ਨੇ ਬੜਾ ਸੋਹਣਾ ਸਮਝਾਇਆ ਹੈ। ਜਿਸ ਮਨੁੱਖ ਨੇ ਸਾਰੇ ਸਰੀਰ ਉੱਤੇ ਤੇ ਧਾਰਮਿਕ ਚਿੰਨ੍ਹ ਚੱਕਰ ਆਦਿਕ ਲਾਏ ਹੋਏ ਹਨ, ਪਰ ਅੰਦਰੋਂ ਭਗਤੀ ਉਸ ਦੇ ਹਿਰਦੇ ਵਿੱਚ ਪੈਦਾ ਨਹੀਂ ਹੋਈ। ਕਿਉਂਕਿ ਸਾਧ ਸੰਗਤ ਜੋ ਇਨਸਾਨ ਸਰੀਰ ਕਰਕੇ ਚੰਗਾ ਲੱਗਦਾ ਹੈ, ਅਸੀਂ ਤੁਸੀਂ ਸਾਰੇ ਸਰੀਰ ਕਰਕੇ ਚੰਗੇ ਆ, ਸੋਹਣਾ ਮੁਖ ਵੀ ਹੋਵੇ, ਲੇਕਿਨ ਹਕੀਕਤ ਗੱਲ ਤੇ ਤਾਂ ਬਣਦੀ ਹੈ ਅੰਦਰੋਂ ਇਨਸਾਨ ਕਿੰਨਾ ਕੁ ਸੋਹਣਾ ਹੈ। ਜੇ ਅੰਦਰ ਸਾਡੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਸਿਆ ਹੋਇਆ ਹੈ ਤੇ ਬਾਹਰੋਂ ਰੂਪੀ ਸੋਹਣਾ ਹੋਣ ਦਾ ਕੋਈ ਲਾਭ ਨਹੀਂ। ਭਗਤ ਜੀ ਇਹੋ ਸਮਝਾ ਰਹੇ ਨੇ, ਭਾਈ ਜੇ ਹਿਰਦੇ ਵਿੱਚ ਪ੍ਰੇਮ ਪੈਦਾ ਹੀ ਨਹੀਂ ਹੋਇਆ, ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਹੀ ਪਖੰਡ ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖਾਂ ਨੂੰ ਪਰਮਾਤਮਾ ਪਾਸੋਂ ਕੁਝ ਪ੍ਰਾਪਤ ਨਹੀਂ ਹੁੰਦਾ। ਉਹ ਹਮੇਸ਼ਾ ਹੀ ਆਪਣੇ ਜੀਵਨ ਨੂੰ ਅੰਧਕਾਰ ਵਿੱਚ ਹੀ ਰੱਖਦੇ ਹਨ ਤੇ ਉਹਨਾਂ ਦਾ ਜੀਵਨ ਅੰਧਕਾਰ ਵਿੱਚ ਹੀ ਫਸਿਆ ਰਹਿੰਦਾ ਹੈ। ਪਰਿਓ ਕਾਲ ਸਭੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਭਾਈ ਕਬੀਰ ਸਾਹਿਬ ਇੱਥੇ ਸਮਝਾ ਰਹੇ ਲਾਸਟ ਪੰਕਤੀਆਂ ਵਿੱਚ, ਠਾਂਡ ਪਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ, पंथ चले जब जगत में तब तुम करो सहाय। पंथ चले तब जगत में जब तुम करो सहाय। हे मेरे मालिक, जदों आप जी कृपा करोगे तां मेरे हिरदे रूपी घर विच आप जी दा नाम आ टिक सकता है, वस सकता है। पਰਿਓ काल सबे जग ऊपर, ये हकीकत है। काल सारियां दे उपर है, सारियां विच काल दा वासा है। ते साध संग जो इस काल तो कोई नहीं बच सकता। माहे लिखे भ्रम ज्ञानी, जेड़े बड़े बड़े ब्रह्म ज्ञानी सन वो भी इस भरम दे विच ही रहे। कहो कबीर जन भये खालसे, प्रेम भगत जह दानी। लेकिन जिन्हां ने अंदरले भरम खत्म कर दिते, सिर्फ परमात्मा वाहिगुरु का नाम ही अंदर टिका लिया, वो खालसे, उन्हां दे अंदर कोई मिलावट नहीं है। वो हमेशा ही परमात्मा दे प्रेम विच ही, परमात्मा दी भजन बंदगी विच ही लीन रहे ते उन्होंने एक दिन परमात्मा नूं प्राप्त भी कर लिया। सारे जगत उत्ते काल दा सहम पिया होया है, सारे सहमे हुए हैं काल तो। भरमी ज्ञानी भी उसे ही लेख विच लिखे गए हैं, वो भी मौत दे सहम विच हैं। हे कबीर साहब जी आख रहे हैं, जिन्हां मनुखां नूं अते जिन्हां मनुखां ने प्रेम भगती करनी समझ लई है, वो मौत दी इस सहम तो बच गए हैं, वो आज़ाद हो गए हैं। उन्हां दे अंदर कोई मौत का भै नहीं, कोई मौत का डर नहीं। सो असी भी साध संग जो इस मौत के डर तो मरण तो मुक्त हो सकते हैं जदों आप मुक्त मुक्त करे संसार, नानक तिस जन को सदा नमस्कार। जदों उस मुक्त परमात्मा के नाम नाल जुड़ जावांगे, परमात्मा के नाम की आराधना करांगे,
ਤਾਂ ਅਸੀਂ ਮੁਕਤ ਹੋ ਸਕਦੇ ਹਾਂ। ਸੋ ਸਾਧ ਸੰਗਤ ਜੋ ਆਪ ਜੀ ਵੱਡੇ ਭਾਗਾਂ ਵਾਲੇ ਹੋ, ਆਪ ਜੀ ਨੇ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ ਨਾਲ ਸਾਂਝ ਕੀਤੀ ਹੈ। ਵਿਚਾਰਾਂ ਕਰਦੀਆਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਸਾਧ ਸੰਗਤ ਜੋ ਕਿਸੇ ਵੀ ਮਾਈ ਭਾਈ ਨੇ ਕੋਈ ਵੀ ਚੰਗਾ ਸੁਝਾਅ ਹੋਵੇ ਜੋ ਦਾਸ ਨਾਲ ਆਪ ਜੀ ਵਿਚਾਰ ਕਰਨਾ ਚਾਹੁੰਦੇ ਹੋਣ ਤੇ ਦਾਸ ਦਾ ਇੰਡੀਆ ਦਾ ਨੰਬਰ ਹੈ ਜੀ 8750106375। ਇਸ ਨੰਬਰ ਤੇ ਆਪ ਜੀ ਦਾਸ ਨਾਲ ਸੰਪਰਕ ਕਰ ਸਕਦੇ ਹੋ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।